ਗੱਲ ਮਹਾਂਪੁਰਖਾਂ ਦੇ ਵਿਚਾਰਾਂ ਦੀ ਕਰਦਿਆਂ ਤੇ ਗੱਲ ਧਾਰਮਿਕ ਗ੍ਰੰਥਾਂ ਵਿੱਚ ਉਹਨਾਂ ਵੱਲੋਂ ਦਰਜ ਕੀਤੇ ਗਏ ਵਿਚਾਰਾਂ ਬਾਰੇ ਕਰਾਂਗੇ। ਕੋਈ ਵੀ ਮਨੁੱਖ, ਹਰ ਮਨੁੱਖ ਪਹਿਲਾਂ ਮਹਾਨ ਨਹੀਂ ਹੁੰਦਾ, ਉਹ ਮਹਾਨ ਕੰਮ ਕਰਦਾ ਹੈ ਤਾਂ ਮਹਾਨ ਹੋ ਜਾਂਦਾ ਹੈ। ਜਿੰਨੀ ਵੱਧ ਜਨਤਾ ਲਈ, ਜਿੰਨੇ ਵੱਡੇ ਸਮਾਜ ਲਈ ਉਹ ਕੰਮ ਕਰੂਗਾ, ਉਨਾ ਹੀ ਵੱਡਾ ਉਹ ਪੁਰਖ ਜਿਹੜਾ ਮੰਨਿਆ ਜਾਊਗਾ, ਉਨਾ ਹੀ ਵੱਡਾ ਉਹ ਚਰਚਾ ਹੋ ਚ ਆਊਗਾ, ਉਨੀ ਉਹਦੀ ਮਹਾਨਤਾ ਹੁੰਦੀ ਜਾਊਗੀ। ਹੁਣ ਇੱਕ ਬੱਚਾ ਪੈਦਾ ਹੁੰਦਾ ਹੈ, ਉਹਦੇ ਕੋਲ ਕੋਈ ਗਿਆਨ ਨਹੀਂ ਹੁੰਦਾ। ਮਾਂ ਪਿਓ ਤੋਂ ਜੋ ਗਿਆਨ ਮਿਲਦਾ ਹੈ ਉਹਨੂੰ ਉਹ ਅਡਾਪਟ ਕਰਦਾ ਹੈ, ਉਹਨੂੰ ਸਵੀਕਾਰ ਕਰਦਾ ਹੈ, ਉਹਨੂੰ ਅੱਗੇ ਵਧਾਉਂਦਾ ਹੈ। ਫਿਰ ਆਲੇ ਦੁਆਲੇ ਤੋਂ ਗਿਆਨ ਮਿਲਦਾ। ਸਾਨੂੰ ਗਿਆਨ ਦੇ ਜਿਹੜੇ ਸਰੋਤ ਆ ਉਹਨਾਂ 'ਤੇ ਧਿਆਨ ਮਾਰਨਾ ਪਊਗਾ। ਸਾਡੇ ਵਿਚਾਰ ਉਹਦੇ ਆਏ ਹੋਏ ਗਿਆਨ ਮੁਤਾਬਕ ਬਣਦੇ ਆ। ਤੇ ਗਿਆਨ ਕਿੱਥੋਂ ਆਉਂਦਾ? ਆਲੇ ਦੁਆਲੇ ਸਰੋਤਾਂ ਤੋਂ। ਇੱਕ ਤਾਂ ਸਰੋਤ ਹੋ ਗਿਆ ਸਮਾਜ, ਸਾਡਾ ਪਰਿਵਾਰ, ਸਾਡਾ ਆਲਾ ਦੁਆਲਾ, ਜਿੱਥੋਂ ਜੋ ਕੁਝ ਸਾਨੂੰ ਮਿਲਦਾ ਅਸੀਂ ਉਹ ਲੈਂਦੇ ਹਾਂ, ਸਿੱਖਦੇ ਹਾਂ। ਦੂਸਰਾ ਸਰੋਤ ਸਾਨੂੰ ਮਿਲਦਾ ਹੈ ਕਿਤਾਬਾਂ ਤੋਂ, ਜੋ ਪਹਿਲਾਂ ਤੋਂ ਗ੍ਰੰਥ ਨੇ, ਭਾਵੇਂ ਉਹ ਛਪੇ ਹੋਏ ਆ, ਭਾਵੇਂ ਅਣਛਪੇ ਰੂਪ 'ਚ ਕਿਸੇ ਆ ਹੋਰ ਕੋਈ ਇਸ ਤਰ੍ਹਾਂ ਦੇ ਰੂਪ 'ਚ ਸਾਨੂੰ ਗਿਆਨ ਮਿਲਦਾ ਹੈ। ਸਾਹਿਤ ਤੋਂ ਮਿਲਦਾ ਹੈ। ਉਸ ਤੋਂ ਬਾਅਦ ਅਸੀਂ ਆਪ ਆਪਣੇ ਤਜਰਬੇ ਤੋਂ ਸਿੱਖਦੇ ਹਾਂ, ਅਨੁਭਵ ਤੋਂ ਸਿੱਖਦੇ ਹਾਂ। ਇਹ ਸਾਰੇ ਕੁਝ ਨੂੰ ਇਕੱਠਾ ਕਰਕੇ ਅਸੀਂ ਕੁਝ ਰਿਜ਼ਲਟ ਕੱਢਦੇ ਹਾਂ, ਉਹ ਸਾਡਾ ਆਪਣਾ ਗਿਆਨ ਹੋ ਜਾਂਦਾ ਹੈ। ਇਹ ਸਾਰਾ ਕੁਝ ਕਰਕੇ ਜਿਹੜੇ 3-4 ਸਰੋਤ ਹੋ ਜਾਂਦੇ ਆ ਸਾਡੇ ਕੋਲ ਗਿਆਨ ਦੇ, ਇਹਨਾਂ ਤੋਂ ਅਸੀਂ ਕੁਝ ਸਿੱਟੇ ਕੱਢਦੇ ਹਾਂ, ਆਪਣੇ ਵਿਚਾਰ ਬਣਾਉਂਦੇ ਹਾਂ। ਸਾਡੇ ਵਿਚਾਰ ਉਸ ਇਨਫੋਰਮੇਸ਼ਨ 'ਤੇ ਡਿਪੈਂਡ ਕਰਦੇ ਆ, ਉਸ ਜਾਣਕਾਰੀ 'ਤੇ ਆਧਾਰਿਤ ਹੁੰਦੇ ਆ, ਉਸ ਗਿਆਨ ਦੇ ਆਧਾਰ 'ਤੇ ਬਣਦੇ ਆ ਜੋ ਸਾਨੂੰ ਇਹਨਾਂ ਸਾਰੇ ਸਰੋਤਾਂ ਤੋਂ ਗਿਆਨ ਮਿਲਦਾ ਹੈ। ਉਸ ਵੇਲੇ ਵਿਗਿਆਨ ਨਹੀਂ ਸੀ, ਵਿਗਿਆਨ ਨੂੰ ਤਾਂ ਵਿਚਾਰੀ ਦੀ ਜ਼ਮੀਨ ਥੋੜ੍ਹੇ ਚਿਰ ਹੋਇਆ। ਉਸ ਵੇਲੇ ਗਿਆਨ ਦੇ ਸਰੋਤ ਕੀ ਸੀ? ਪੁਰਾਣੇ ਚਲੀਆਂ ਆਉਂਦੀਆਂ ਪਰੰਪਰਾਵਾਂ, ਪੁਰਾਣੇ ਜ਼ੁਬਾਨੀ ਜਾਂ ਲਿਖਤੀ ਥੋੜ੍ਹੇ ਬਹੁਤੇ ਜੋ ਕਿਤਾਬਾਂ ਗ੍ਰੰਥ ਸੀਗੇ, ਉਹ ਲੋਕਾਂ ਤੋਂ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਜੋ ਜਾਣਕਾਰੀ ਸੀ। ਉਹ ਜੇ ਇੱਕ ਮਹਾਂਪੁਰਖ ਆਪਣੇ ਵਿਚਾਰ ਬਣਾਉਂਦਾ ਹੈ ਤਾਂ ਉਹ ਕਿੱਥੋਂ, ਜੋ ਗਿਆਨ ਉਹਨੂੰ ਮਿਲਿਆ ਉਹਨਾਂ ਦੇ ਆਧਾਰ 'ਤੇ ਉਹਨੇ ਸਿੱਟੇ ਕੱਢੇ। ਉਹਨਾਂ ਨੇ ਉਹਨਾਂ ਦੇ ਆਧਾਰ 'ਤੇ ਜਿੰਨਾ ਵੱਧ ਗਿਆਨ ਇਕੱਠਾ ਹੋ ਸਕਿਆ ਉਹ ਗਿਆਨ ਇਕੱਠਾ ਕੀਤਾ। ਪਰ ਗਿਆਨ ਤਾਂ ਉਹੀ ਸੀ ਨਾ ਜੋ ਉਸ ਵੇਲੇ ਉਪਲਬਧ ਸੀ, ਉਹਦੇ ਆਧਾਰ 'ਤੇ ਉਹਨਾਂ ਨੇ ਆਪਣੇ ਵਿਚਾਰ ਬਣਾਏ। ਉਸ ਵੇਲੇ ਤੱਕ ਕੋਈ ਇਹ ਸਾਬਤ ਕਰਨ ਦੀ ਪੋਜੀਸ਼ਨ ਵਿੱਚ ਨਹੀਂ ਸੀ ਕਿ ਇਹ ਸ਼ਕਤੀਆਂ ਜਿਹੜੀਆਂ ਕੁਦਰਤੀ ਆਫਤਾਂ ਵਾਲੀਆਂ ਹੈ, ਇਹ ਪੈਦਾ ਕਿਵੇਂ ਹੁੰਦੀ ਹੈ, ਇਹ ਨੁਕਸਾਨ ਕਿਵੇਂ ਕਰਦੀਆਂ ਹੈ, ਕਿਉਂ ਨੁਕਸਾਨ ਕਰਦੀਆਂ ਹੈ, ਕਿਵੇਂ ਬਚਿਆ ਜਾ ਸਕਦਾ ਹੈ, ਜਾਂ ਇਹਨਾਂ ਦੇ ਪਿੱਛੇ ਹੋਰ ਕੀ ਹੋ ਸਕਦਾ ਹੈ। ਜਦੋਂ ਵਿਗਿਆਨ ਪੈਦਾ ਹੁੰਦਾ ਹੈ, ਹਰ ਚੀਜ਼ ਦੀ ਪੜਤਾਲ ਸ਼ੁਰੂ ਹੁੰਦੀ ਆ, ਉਦੋਂ ਆ ਕੇ ਨਵੀਆਂ ਜਾਣਕਾਰੀਆਂ ਐਡ ਹੁੰਦੀਆਂ ਤੇ ਫਿਰ ਜਿਹੜੇ ਆ ਵਿਚਾਰਾਂ ਦੇ ਤਬਦੀਲੀ ਸ਼ੁਰੂ ਹੁੰਦੀ ਆ। ਨਾਸਤਿਕਤਾ ਦੇ ਹੱਕ ਵਿੱਚ ਭੁਗਤਣ ਲਈ ਸਬੂਤ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ। ਮਹਾਂਪੁਰਖਾਂ ਦੀ ਮਹਾਨਤਾ 'ਤੇ ਚੱਲਦਿਆਂ ਬਹੁਤ ਸਾਰੇ ਲੋਕ, ਬਹੁਤ ਗਿਣਤੀ ਲੋਕ ਇਸ ਕਰਕੇ ਹੀ ਮਹਾਨ ਸਮਝਦੇ ਆ ਉਹਨਾਂ ਨੂੰ ਕਿ ਉਹ ਰੱਬ ਨੂੰ ਮੰਨਦੇ ਸੀ। ਘੱਟੋ ਘੱਟ ਜੋ ਕੁਝ ਕਮੈਂਟ ਉਹਨਾਂ ਨੇ ਮੇਰੀ ਪੋਸਟ 'ਤੇ ਕੀਤੇ ਆ, ਉਹਦੇ ਹਿਸਾਬ ਨਾਲ ਇੰਝ ਲੱਗਦਾ ਹੈ ਕਿ ਉਹ ਸਾਰੇ ਲੋਕ ਜਿਹੜੇ ਵਿਰੋਧ ਕਰ ਰਹੇ ਆ ਮੇਰੇ ਵਿਚਾਰਾਂ ਦਾ, ਉਹ ਸਿਰਫ ਮਹਾਂਪੁਰਖਾਂ ਨੂੰ ਇਸ ਕਰਕੇ ਮਹਾਨ ਸਮਝਦੇ ਆ ਕਿ ਉਹ ਰੱਬ ਨੂੰ ਮੰਨਦੇ ਸੀ। ਤੇ ਜਦੋਂ ਅਸੀਂ ਉਹਨਾਂ ਦੇ ਕੇਵਲ ਇਸ ਵਿਸ਼ਵਾਸ ਨੂੰ ਲੈ ਕੇ ਉਹਨਾਂ ਨੂੰ ਮਹਾਨ ਸਮਝਦੇ ਹਾਂ ਤਾਂ ਅਸੀਂ ਉਹਨਾਂ ਦੀ ਮਹਾਨਤਾ ਨੂੰ ਬਹੁਤ ਛੋਟੀ ਕਰਕੇ ਵੇਖ ਰਹੇ ਹੁੰਦੇ ਹਾਂ, ਬਹੁਤ ਛੋਟੀ ਕਰ ਦਿੰਦੇ ਹਾਂ। ਉਹਨਾਂ ਦੀ ਮਹਾਨਤਾ ਇਸ ਕਾਰਨ ਨਹੀਂ ਸੀ ਕਿ ਉਹ ਰੱਬ ਨੂੰ ਮੰਨਦੇ ਸੀ, ਉਹਨਾਂ ਦੀ ਮਹਾਨਤਾ ਉਹਨਾਂ ਕੰਮਾਂ ਕਰਕੇ ਸੀ ਜਿਹੜੇ ਉਹਨਾਂ ਨੇ ਸਮਾਜ ਲਈ ਕੀਤੇ। ਉਹਨਾਂ ਨੇ ਸਮਾਜ ਲਈ ਕੁਰਬਾਨੀਆਂ ਕੀਤੀਆਂ, ਸਮਾਜ ਨੂੰ ਸਿੱਧੇ ਰਾਹ ਪਾਉਣ ਲਈ ਪੂਰੀਆਂ ਉਮਰਾਂ ਲਾ ਦਿੱਤੀਆਂ, ਜ਼ੁਲਮ ਦੇ ਖਿਲਾਫ ਸੰਘਰਸ਼ ਕੀਤੇ, ਵੱਡੇ ਵੱਡੇ ਸੰਗਠਨ ਖੜੇ ਕੀਤੇ ਤਾਂ ਕਿ ਆਮ ਜਨਤਾ ਨੂੰ ਰਾਜਿਆਂ ਦੇ ਜ਼ੁਲਮ ਤੋਂ ਬਚਾਇਆ ਜਾ ਸਕੇ, ਧਨੀਆਂ ਦੇ ਪੈਸੇ ਵਾਲਿਆਂ ਦੇ ਜ਼ੁਲਮ ਤੋਂ ਬਚਾਇਆ ਜਾ ਸਕੇ, ਪੁਰੋਹਿਤਵਾਦ ਦੇ ਜ਼ੁਲਮਾਂ ਤੋਂ ਬਚਾਇਆ ਜਾ ਸਕੇ। ਗੁਰੂ ਨਾਨਕ ਦੇਵ ਜੀ, ਹਜ਼ਰਤ ਮੁਹੰਮਦ ਸਾਹਿਬ, ਈਸਾ ਮਸੀਹ, ਤੁਸੀਂ ਇਹਨਾਂ ਦਾ ਇਤਿਹਾਸ ਪੜ੍ਹੋਗੇ, ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੂਸਰੇ ਗੁਰੂਆਂ ਦਾ ਇਤਿਹਾਸ ਵੀ ਪੜ੍ਹੋਗੇ ਤੇ ਪੂਰੇ ਦਾ ਪੂਰਾ ਜੀਵਨ ਉਹਨਾਂ ਦਾ ਇਹਨਾਂ 3 ਤਾਕਤਾਂ ਦੇ ਖਿਲਾਫ ਲੜਦਿਆਂ ਲੰਘਿਆ। ਪੁਰੋਹਿਤ, ਪੁਜਾਰੀ, ਪੈਸੇ ਵਾਲੇ ਲੋਕ ਜਿਹੜੇ ਸਮਾਜ ਨੂੰ ਲੁੱਟ ਰਹੇ ਸੀ, ਤੇ ਸੱਤਾਧਾਰੀ। ਉਹਨਾਂ ਦੀ ਮਹਾਨਤਾ ਸਮਾਜ ਲਈ ਲੜਨ ਕਰਕੇ ਸੀ, ਸਮਾਜ ਦੇ ਹੱਕ 'ਚ ਖੜਨ ਕਰਕੇ ਸੀ, ਨਾ ਕਿ ਰੱਬ ਨੂੰ ਮੰਨਣ ਕਰਕੇ।
ਹੁਣ ਆਪਾਂ ਅਗਲੇ ਸਵਾਲ ਤੇ ਆਉਂਦੇ ਹਾਂ। ਇਸ ਸਵਾਲ ਤੇ ਚਰਚਾ ਕਰਦੇ ਹਾਂ ਕਿ ਆਖਿਰ ਪਦਾਰਥਵਾਦ ਦਾ ਸਿਧਾਂਤ ਕਿ ਜੋ ਕੁਝ ਪਦਾਰਥਕ ਰੂਪ 'ਚ ਹੈ ਉਹੀ ਸੱਚਾਈ ਹੈ, ਇਸ ਤੋਂ ਪਰਾਂ ਕੁਝ ਸੱਚਾਈ ਨਹੀਂ, ਉਹ ਇੰਨੀ ਚੰਗੀ ਤਰ੍ਹਾਂ ਸਥਾਪਿਤ ਕਿਉਂ ਨਾ ਹੋ ਸਕਿਆ। ਤੇ ਆਸਤਿਕਤਾ ਦਾ ਸਿਧਾਂਤ, ਰੱਬ ਦੇ ਵਿਸ਼ਵਾਸ ਦਾ, ਦੈਵੀ ਸ਼ਕਤੀਆਂ ਦੇ ਵਿਸ਼ਵਾਸ ਦਾ ਸਿਧਾਂਤ, ਉਹ ਸ਼ਕਤੀਆਂ ਦੇ ਨਾ ਹੋਣ ਦੇ ਬਾਵਜੂਦ ਇੰਨੀ ਮਜ਼ਬੂਤੀ ਨਾਲ ਸਥਾਪਿਤ ਕਿਉਂ ਹੋ ਗਿਆ। ਤੇ ਇਹਦੇ ਨਾਲ ਹੀ ਸਵਾਲ ਉੱਠਦਾ ਹੈ ਕਿ ਜੇ ਇਹ ਵਿਸ਼ਵਾਸ ਖਤਮ ਹੋ ਜਾਂਦਾ ਹੈ ਤਾਂ ਨੁਕਸਾਨ ਕਿਹਦਾ ਹੋਊਗਾ। ਬੜੀ ਸਿੰਪਲ ਜੀ ਗੱਲ ਆ। ਜਿਸ ਚੀਜ਼ ਨੂੰ ਲਾਗੂ ਕਰਨ ਲਈ, ਜਿਸ ਵਿਚਾਰ ਨੂੰ ਪ੍ਰਚਾਰਨ ਲਈ, ਜਿਸ ਮਾਨਤਾ ਨੂੰ ਸਥਾਪਿਤ ਕਰਨ ਲਈ ਇੱਕ ਤਕੜਾ ਵਰਗ ਜ਼ੋਰ ਲਾ ਰਿਹਾ ਹੋਵੇ, ਜਿਹਦੇ ਵਿੱਚ ਕਿਸੇ ਦਾ ਫਾਇਦਾ ਹੋ ਰਿਹਾ ਹੋਵੇ, ਇੱਕ ਵੱਡੇ ਵਰਗ ਦਾ ਫਾਇਦਾ ਇਸ ਗੱਲ ਵਿੱਚ ਸੀ ਕਿ ਇਹ ਮਾਨਤਾ ਕਾਇਮ ਹੋਵੇ, ਮਾਨਤਾ ਸਥਾਪਿਤ ਹੋਵੇ, ਉਹਨਾਂ ਦਾ ਇਹ ਧੰਦਾ ਸੀ ਤੇ ਉਹਨਾਂ ਨੇ ਸਾਰਾ ਜ਼ੋਰ ਲਾ ਕੇ ਇਸ ਮਾਨਤਾ ਨੂੰ ਸਥਾਪਿਤ ਕੀਤਾ। ਉਹ ਸੀ ਪੁਜਾਰੀ ਵਰਗ, ਪੁਰੋਹਿਤ ਵਰਗ। ਦੂਜੇ ਪਾਸੇ ਨਾਸਤਿਕਤਾ ਦੀ ਵਿਚਾਰਧਾਰਾ ਹੈ, ਜਿਹਨੂੰ ਲਾਗੂ ਕਰਨ, ਜਿਹਨੂੰ ਪ੍ਰਚਾਰਨ 'ਚ ਕਿਸੇ ਦਾ ਕੋਈ ਫਾਇਦਾ ਨਹੀਂ ਸੀ। ਜੇ ਫਾਇਦਾ ਸੀ ਤਾਂ ਬੰਦੇ ਦਾ, ਸਮਾਜ ਦਾ ਆਪਣਾ ਫਾਇਦਾ ਸੀ। ਨਿੱਜੀ ਤੌਰ ਤੇ ਬੰਦੇ ਦਾ ਫਾਇਦਾ ਹੁੰਦਿਆਂ ਸਮਾਜ ਵੱਲ ਨੂੰ ਵਧਣਾ ਸੀ, ਪੂਰੇ ਸਮਾਜ ਦਾ ਫਾਇਦਾ ਹੋਣਾ ਸੀ। ਪਰ ਉਹਨੂੰ ਪ੍ਰਚਾਰਨ 'ਚ ਕਿਸੇ ਦਾ ਫਾਇਦਾ ਨਹੀਂ ਸੀ, ਉਹਨੂੰ ਲਾਗੂ ਕਰਾਉਣ 'ਚ ਕਿਸੇ ਦਾ ਕੋਈ ਫਾਇਦਾ ਨਹੀਂ ਸੀ। ਲਾਗੂ ਕਰਾਉਣ 'ਚ ਫਾਇਦਾ ਸੀ ਪੁਜਾਰੀਆਂ ਨੂੰ, ਪੁਰੋਹਿਤਾਂ ਨੂੰ, ਤੇ ਉਹ ਸੀ ਰੱਬ ਦੀ ਮਾਨਤਾ, ਉਹ ਸੀ ਦੇਵੀ ਸ਼ਕਤੀਆਂ ਦੀ ਪੂਜਾ। ਕਿਉਂਕਿ ਸਮਾਜ ਦਾ ਇੱਕ ਬਹੁਤ ਵੱਡਾ ਵਰਗ ਜਿਹੜਾ ਹੈ ਉਹ ਇਹਦੇ ਵਿੱਚੋਂ ਹੀ ਰੋਟੀ ਖਾ ਰਿਹਾ ਸੀ। ਇਹ ਧਰਮ ਬਣਾਇਆ ਹੀ ਉਹਨਾਂ ਨੇ ਸੀ। ਧਰਮ ਦੇ ਦੋ ਪੱਖ ਆ ਜਿਹਨਾਂ ਤੇ ਆਪਾਂ ਵਿਚਾਰ ਕਰਾਂਗੇ, ਜਿਹੜੇ ਹਰ ਇੱਕ ਦੋਸਤ ਨੂੰ, ਹਰ ਇੱਕ ਸਾਥੀ ਨੂੰ, ਭੈਣ ਭਰਾ ਨੂੰ ਸਮਝਣੇ ਬਹੁਤ ਜ਼ਰੂਰੀ ਆ। ਇਹ ਪੁਰੋਹਿਤ ਵਰਗ ਦਾ, ਤੁਸੀਂ ਪੁਜਾਰੀ, ਪੁਰੋਹਿਤ ਤੇ ਤੀਸਰੇ ਉਹਨਾਂ ਨਾਲ ਮੈਂ ਸ਼ਾਮਲ ਕਰ ਲੈਣਾ ਹੈ। ਉਹਨਾਂ ਦੇ ਵਿੱਚ ਹੀ ਸਾਰੇ ਪੁਰੋਹਿਤ ਪੁਜਾਰੀ ਵਰਗ 'ਚ ਗਿਣੂੰਗਾ ਤੀਸਰੇ ਨੂੰ, ਜਿਹੜੇ ਗੋਲਕ ਤੇ ਕਬਜ਼ਾ ਕਰੀ ਬੈਠਿਆ, ਜਿਹੜੇ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ ਦੇ ਪ੍ਰਧਾਨ, ਮੈਂਬਰ, ਉਹਦੇ ਆਸਰੇ ਸੱਤਾ 'ਚ ਬੈਠੇ ਆ। ਉਹਨਾਂ ਦੀ ਧਾਰਮਿਕ ਸੱਤਾ ਜਿਹੜੀ ਆ ਉਹ ਤਿੰਨੇ ਇੱਕ ਥਾਂ ਤੇ। ਇਸ ਤੋਂ ਬਾਅਦ ਚੌਥਾ ਆ ਕੇ ਰਲਦਾ ਉਹਨਾਂ ਨਾਲ ਰਾਜਾ, ਸਿਆਸਤ। ਅੱਜ ਕੱਲ੍ਹ ਆਪਾਂ ਸਿਆਸੀ ਲੀਡਰ ਕਹਿ ਸਕਦੇ ਹਾਂ, ਜਿਹੜਾ ਸੱਤਾਧਾਰੀ ਆ। ਸੱਤਾਧਾਰੀ ਨੂੰ ਵੀ ਇਸੇ ਗੱਲ 'ਚ ਫਾਇਦਾ ਹੈ ਕਿ ਲੋਕਾਂ ਨੂੰ ਵਿਸ਼ਵਾਸ 'ਚ ਉਲਝਾਈ ਰੱਖੋ, ਗੱਲਾਂ 'ਚ ਉਲਝਾਈ ਰੱਖੋ, ਤੇ ਇਹ ਇੱਕ ਵੱਡਾ ਵਰਗ ਪੈਦਾ ਹੋ ਜਾਂਦਾ ਹੈ। ਇਹਨਾਂ ਦੋਵਾਂ ਦੀ ਲੋੜ ਹੈ ਪੂੰਜੀਪਤੀ, ਪੈਸੇ ਵਾਲੇ, ਉਹ ਵੀ ਇਹਨਾਂ ਨਾਲ ਰਲ ਜਾਂਦਾ। ਤੇ ਹਮੇਸ਼ਾ ਤੋਂ ਪੁਰੋਹਿਤ, ਪੁਜਾਰੀ, ਰਾਜਾ ਤੇ ਮਾਇਆਧਾਰੀ ਇੱਕ ਰਹਿਆ। ਇਹ ਤਿੱਕੜੀ ਬਣੀ ਰਹੀ ਆ, ਇਹ ਅੱਜ ਵੀ ਹੈਗੀ ਆ ਤੇ ਇਹ ਰਹੂਗੀ ਜਿੰਨਾ ਚਿਰ ਇਹ ਮਾਨਤਾ ਨੂੰ ਜੜੋਂ ਪੁੱਟ ਨਹੀਂ ਦਿੱਤਾ ਜਾਂਦਾ। ਜੇਕਰ ਇਹ ਸਾਰਾ ਸੈਟਅਪ ਨਹੀਂ ਰਹਿੰਦਾ, ਜੇ ਧਾਰਮਿਕ ਸੱਤਾ, ਦੈਵੀ ਸੱਤਾ, ਇਹ ਮਾਨਤਾ ਖਤਮ ਹੋ ਜਾਂਦੀ ਆ ਤਾਂ ਨੁਕਸਾਨ ਕੀਤਾ ਹੈ। ਇਹਨਾਂ ਦਾ ਹੀ ਨੁਕਸਾਨ ਹੈ। ਸਭ ਤੋਂ ਵੱਧ ਨੁਕਸਾਨ ਪੁਜਾਰੀ ਦਾ, ਪੁਰੋਹਿਤ ਦਾ। ਉਸ ਤੋਂ ਬਾਅਦ ਵਾਰੀ ਆਉਂਦੀ ਹੈ ਜਿਹੜੇ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕ ਬੈਠੇ ਆ। ਉਸ ਤੋਂ ਬਾਅਦ ਸੱਤਾਧਾਰੀਆਂ ਦੀ ਵਾਰੀ ਆਉਂਦੀ। ਜਨਤਾ ਦਾ ਕੋਈ ਨੁਕਸਾਨ ਨਹੀਂ, ਜਨਤਾ ਤਾਂ ਇਹਨਾਂ ਨੂੰ ਪਾਲ ਰਹੀ ਆ। ਅਗਲੀ ਜਿਹੜੀ ਮੈਂ ਗੱਲ ਕੀਤੀ ਸੀ, ਜਿਹੜੀ ਸ਼ਾਮਲ ਕਰਨੀ ਜ਼ਰੂਰੀ ਹੈ, ਉਹ ਇਹ ਕਿ ਧਰਮ ਦੇ ਪੱਖ। ਜਿੰਨਾ ਚਿਰ ਅਸੀਂ ਧਰਮ ਦਾ ਵਿਸ਼ਲੇਸ਼ਣ ਕਰਕੇ ਨਹੀਂ ਵੇਖਦੇ, ਧਰਮ ਦੇ ਵੱਖ-ਵੱਖ ਪੱਖਾਂ ਨੂੰ ਨਹੀਂ ਵਿਚਾਰਦੇ, ਉਹਨਾਂ ਚਿਰ ਅਸੀਂ ਇੱਕ ਦੂਜੇ ਨੂੰ ਨਹੀਂ ਸਮਝ ਸਕਾਂਗੇ। ਮੇਰੇ ਆਸਤਕ ਵੀਰੋ, ਰੱਬ ਨੂੰ ਮੰਨਣ ਵਾਲੇ ਭੈਣ ਭਰਾਓ, ਉਹਨਾਂ ਚਿਰ ਆਪਾਂ ਇਹਨਾਂ ਨੂੰ ਸਮਝ ਨਹੀਂ ਸਕਦੇ, ਇੱਕ ਦੂਜੇ ਨੂੰ ਨਹੀਂ ਸਮਝ ਸਕਾਂਗੇ, ਜਿੰਨਾ ਚਿਰ ਆਪਾਂ ਧਰਮ ਦੇ ਵੱਖ-ਵੱਖ ਪਹਿਲੂਆਂ ਨੂੰ ਨਹੀਂ ਵਿਚਾਰਦੇ। ਧਰਮ ਦੇ ਸਿੱਧੇ ਦੋ ਪੱਖ ਆ, ਅਧਿਆਤਮ ਪੱਖ ਤੇ ਸਮਾਜਿਕ ਪੱਖ। ਅਧਿਆਤਮ ਪੱਖ ਜਿਹੜਾ ਰੱਬ ਨਾਲ ਜਾ ਜੁੜਦਾ ਹੈ, ਉਹਦੀ ਮਾਨਤਾ, ਪਾਠ, ਪੂਜਾ, ਇਹ ਸਾਰਾ ਕੁਝ ਅਧਿਆਤਮ ਪੱਖ ਤੇ ਚਲੇ ਜਾਂਦਾ ਹੈ। ਧਰਮ ਦਾ ਇੱਕ ਸਮਾਜਿਕ ਪੱਖ ਆ ਜਿਹੜਾ ਬਹੁਤ ਜ਼ਰੂਰੀ ਆ। ਧਰਮ ਦਾ ਸਮਾਜਿਕ ਪੱਖ ਹੈ ਕਿ ਸਮਾਜ ਵਿੱਚ ਮਨੁੱਖ ਨੇ ਕਿਵੇਂ ਰਹਿਣਾ ਹੈ, ਭਾਈਚਾਰਾ ਬਣਾ ਕੇ ਰੱਖਣਾ ਹੈ, ਕਿਸੇ ਦਾ ਜ਼ੁਲਮ ਨਹੀਂ ਸਹਿਣਾ, ਕਿਸੇ ਦੇ ਗਰੀਬ ਤੇ ਜ਼ੁਲਮ ਹੋਣ ਨਹੀਂ ਦੇਣਾ, ਮਾੜੇ ਦੀ ਮਦਦ ਕਰਨੀ ਹੈ। ਜਿਵੇਂ ਆਪਾਂ ਆਲੇ ਦੁਆਲੇ ਵੇਖਦੇ ਹਾਂ, ਲੰਗਰ ਲਾਏ ਜਾਂਦੇ ਆ, ਜਿੱਥੇ ਕਿਤੇ ਆਫਤ ਆਉਂਦੀ ਆ, ਲੋਕ ਇਕੱਠੇ ਹੋ ਕੇ ਉਸ ਮਦਦ ਵਾਸਤੇ ਪਹੁੰਚਦੇ ਆ। ਇਹ ਨੈਤਿਕ ਪੱਖ ਜਿਹੜਾ ਸਮਾਜਿਕ ਨੈਤਿਕਤਾ ਦਾ, ਸਮਾਜਿਕ ਸਦਾਚਾਰ ਦਾ ਪੱਖ ਆ, ਭਾਈਚਾਰੇ ਦਾ ਪੱਖ ਆ, ਮਾਨਵਤਾ ਦਾ ਪੱਖ ਆ, ਇਨਸਾਨੀਅਤ ਦਾ ਪੱਖ ਆ, ਸਰਬੱਤ ਦੇ ਭਲੇ ਦਾ ਪੱਖ ਆ। ਇਹ ਬੜਾ ਉੱਤਮ ਪੱਖ ਆ ਤੇ ਸਮਾਜ ਲਈ ਬਹੁਤ ਜ਼ਰੂਰੀ ਆ। ਜੇ ਧਰਮ ਦੇ ਵਿੱਚ ਇਹ ਇਕੱਲਾ ਹੀ ਹੋਵੇ, ਅਧਿਆਤਮਵਾਦ ਕੱਢ ਦਿੱਤਾ ਜਾਵੇ, ਤਾਂ
ਇਹਦੇ ਨਾਲੋਂ ਵੱਡੀ ਸਮਾਜ ਦੀ ਹੋਰ ਕੋਈ ਸਫਲਤਾ ਨਹੀਂ, ਧਰਮ ਦੀ ਕੋਈ ਸਫਲਤਾ ਨਹੀਂ। ਪਰ ਧਰਮ ਦੇ ਨਾਲ ਉਹ ਜੋੜ ਕੇ ਤਾਂ ਇਹ ਪੱਖ ਥੱਲੇ ਕਰ ਦਿੱਤਾ ਜਾਂਦਾ ਹੈ। ਸਿੱਖੀ ਇਸ ਕਰਕੇ ਅਜੇ ਤੱਕ ਬਚੀ ਹੋਈ ਆ ਕਿ ਇਹਦੇ 'ਚ ਸਮਾਜਿਕ ਪੱਖ ਭਾਰੂ ਆ ਅਧਿਆਤਮ ਪੱਖ ਨਾਲੋਂ। ਇਸੇ ਕਰਕੇ ਅਜੇ ਅੰਧ ਵਿਸ਼ਵਾਸ ਘੱਟ ਆ ਨਿਸਬਤ ਬਾਕੀਆਂ ਦੇ, ਹਾਲਾਂਕਿ ਕਾਫੀ ਹੱਦ ਤੱਕ ਆ ਚੁੱਕੇ ਆ, ਬਾਕੀਆਂ ਦੀ ਨਿਸਬਤ ਘੱਟ ਆ, ਕਿਉਂਕਿ ਸਦਾਚਾਰਕ ਸਮਾਜਿਕ ਪੱਖ ਜਿਹੜਾ ਸਿੱਖੀ ਦਾ ਉਹ ਦੂਜੇ ਨਾਲੋਂ ਭਾਰੂ ਆ। ਮੈਂ ਸਾਰੇ ਧਰਮਾਂ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਸਮਾਜਿਕ ਪੱਖ ਨੂੰ ਲੈ ਲਓ, ਅਧਿਆਤਮ ਪੱਖ ਦੀ ਕੋਈ ਲੋੜ ਨਹੀਂ। ਕੋਈ ਦੈਵੀ ਸ਼ਕਤੀ ਇਸ ਦੁਨੀਆ 'ਚ ਨਹੀਂ ਹੈਗੀ, ਕੋਈ ਰੱਬ ਇਸ ਦੁਨੀਆ 'ਚ ਨਹੀਂ ਹੈਗਾ। ਇਸ ਕੁਦਰਤ ਨੂੰ ਕੋਈ ਬਾਹਰੋਂ ਨਹੀਂ ਚਲਾ ਰਿਹਾ। ਅੱਜ ਅਸੀਂ ਕਿਉਂ ਮੁਨਕਰ ਹਾਂ? ਮੈਂ ਕਹਿੰਦਾ ਵੀ ਅੱਜ ਰੱਬ ਦੀ ਲੋੜ ਨਹੀਂ, ਅੱਜ ਰੱਬ ਨੂੰ ਮੰਨਣਾ ਗਲਤ ਆ, ਇਤਰਾਜ਼ਯੋਗ ਆ। ਮੈਂ ਕਿਉਂ ਕਹਿ ਰਿਹਾ? ਇੱਕ ਟਾਈਮ ਸੀ, ਸਾਡੇ ਗ੍ਰੰਥਾਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਸੂਰਜ ਘੁੰਮਦਾ ਹੈ, ਧਰਤੀ ਦੇ ਦੁਆਲੇ ਘੁੰਮਦਾ ਹੈ, ਸੁਮੇਰੂ ਪਰਬਤ ਦੇ ਆਲੇ ਦੁਆਲੇ ਘੁੰਮਦਾ ਹੈ, ਰੱਥ 'ਚ ਬਹਿ ਕੇ ਚੱਕਰ ਲਾਉਂਦਾ ਹੈ। ਇੱਕ ਇਹ ਵੀ ਲਿਖਿਆ ਹੋਇਆ ਹੈ ਕਿ ਧਰਤੀ ਦੇ ਉੱਪਰ ਸਵਰਗ ਆ, ਥੱਲੇ ਪਤਾਲ ਵਿੱਚ ਨਰਕ। ਇਹ ਵੀ ਆਉਂਦਾ ਹੈ ਕਿ ਧਰਤੀ ਜਿਹੜੀ ਆ ਥਾਲੀ ਵਰਗੀ ਚਪਟੀ ਆ ਤੇ ਸਮੁੰਦਰ ਦੇ ਪਾਣੀ ਦੇ ਉੱਤੇ ਤੈਰ ਰਹੀ ਆ। ਜਦੋਂ ਕਿ ਸਾਬਤ ਹੋ ਚੁੱਕਿਆ ਹੈ, ਅਸੀਂ ਸਾਰੇ ਜਾਣ ਚੁੱਕੇ ਹਾਂ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਕਿ ਸਾਰੀਆਂ ਗੱਲਾਂ ਝੂਠ ਆ। ਸਿੱਧ ਹੋ ਚੁੱਕਿਆ ਕਿ ਧਰਤੀ ਘੁੰਮਦੀ ਆ, ਸੂਰਜ ਨਹੀਂ ਘੁੰਮਦਾ। ਧਰਤੀ ਥਾਲੀ ਵਰਗੀ ਨਹੀਂ, ਧਰਤੀ ਇਸ ਤਰ੍ਹਾਂ ਜਿਵੇਂ ਸੇਬ ਜਾਂ ਸੰਤਰਾ ਗੋਲ ਮੋਲ ਹੈ ਤੇ ਉੱਪਰ ਸਾਰੇ ਪਾਸੇ ਅਸੀਂ ਰਹਿ ਰਹੇ ਹਾਂ। ਤੇ ਸਮੁੰਦਰ ਦਾ ਪਾਣੀ ਧਰਤੀ ਪਾਣੀ ਦੇ ਉੱਤੇ ਤੈਰ ਨਹੀਂ ਰਹੀ, ਸਗੋਂ ਸਮੁੰਦਰ ਦਾ ਪਾਣੀ ਧਰਤੀ ਦੇ ਆਸਰੇ ਖੜਾ ਹੈ। ਧਰਤੀ ਦੀ ਗੁਰੂਤਾ ਗੁਰੂਤਾ ਖਿੱਚ ਦੇ ਕਰਕੇ ਉਹਨੂੰ ਚੰਬੜਿਆ ਹੋਇਆ ਹੈ। ਜੇ ਧਰਤੀ ਦੀ ਗੁਰੂਤਾ ਸ਼ਕਤੀ ਜਿਹੜੀ ਆ ਮੰਨ ਲਓ 2-4 ਮਿੰਟਾਂ ਵਾਸਤੇ ਖਤਮ ਕਰ ਦਿੱਤੀ ਜਾਵੇ, ਸਸਪੈਂਡ ਹੋ ਜਾਏ, ਖਤਮ ਕੁਝ ਪਲਾਂ ਲਈ ਹੀ ਨਾ ਰਵੇ, ਤਾਂ ਸਾਰਾ ਪਾਣੀ ਆਲੇ ਦੁਆਲੇ ਖਿਲਰ ਜਾਊਗਾ, ਪੂਰੇ ਬ੍ਰਹਿਮੰਡ ਦੂਰ ਦੂਰ ਤੱਕ ਚਲੇ ਜਾਊਗਾ, ਖਤਮ ਹੀ ਹੋ ਜਾਊਗਾ। ਕੋਈ ਸੂਰਜ ਵੱਲ, ਚੰਦਰਮਾ ਵੱਲ, ਜਿੱਧਰ ਜਿੱਧਰ ਵੀ ਪਾਣੀ ਖਿੱਚਿਆ ਗਿਆ ਚਲੇ ਜਾਊਗਾ। ਇਹ ਧਰਤੀ ਕੁਝ ਵੀ ਨਹੀਂ ਰਹਿ ਜਾਊਗਾ, ਪਾਣੀ ਦੀ ਬੂੰਦ ਨਹੀਂ ਰਹਿ ਜਾਊਗੀ। ਇਹ ਖਿੱਚ ਕਰਕੇ ਪਾਣੀ ਚੰਬੜਿਆ ਹੋਇਆ, ਧਰਤੀ ਦੇ ਚਾਰੇ ਪਾਸੇ ਚੰਬੜਿਆ ਹੋਇਆ। ਇਹ ਇਸੇ ਕਰਕੇ ਸੀ ਕਿ ਕਦੇ ਸੂਰਜ ਦੇਵਤਾ ਮੰਨਿਆ ਜਾਂਦਾ ਸੀ, ਚੰਦਰਮਾ ਦੇਵਤਾ ਮੰਨਿਆ ਜਾਂਦਾ ਸੀ, ਅੱਗ ਦੇਵਤਾ ਮੰਨੀ ਜਾਂਦੀ ਸੀ। ਅੱਜ ਕਿੱਥੇ ਮੰਨਿਆ ਜਾਂਦਾ? ਅੱਜ ਕੋਈ ਸੂਰਜ ਨੂੰ ਦੇਵਤਾ ਨਹੀਂ ਮੰਨ। ਸਿਰਫ ਜਿਹੜੇ ਪੁਜਾਰੀ ਆ, ਪੁਰੋਹਿਤ ਆ, ਉਹ ਜ਼ੋਰ ਲਾ ਕੇ ਲੋਕਾਂ ਦੇ ਦਿਮਾਗਾਂ 'ਚ ਅਜੇ ਵਾੜੀ ਬੈਠਿਆ। ਸੂਰਜ ਦੇਵਤਾ ਵੱਲ ਮੂੰਹ ਕਰਕੇ ਮੱਥਾ ਟੇਕ ਲਓ, ਚੰਦਰਮਾ ਦੀ ਪੂਜਾ ਕਰ ਲਓ, ਅਗਨੀ ਦੀ ਪੂਜਾ ਕਰ ਲਓ। ਅੱਜ ਸਾਨੂੰ ਪਤਾ ਹੈ ਕਿ ਅੱਗ ਕਿਵੇਂ ਬਾਲੀ ਜਾਂਦੀ ਹੈ, ਅੱਗ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ। ਅੱਜ ਸਾਨੂੰ ਪਤਾ ਹੈ ਵੀ ਸੂਰਜ ਨੇ ਕਦੋਂ ਚੜ੍ਹਨਾ, ਕਦੋਂ ਛਿਪਣਾ, ਕਿੱਥੇ ਛਿਪਣਾ। ਬਹੁਤ ਸਾਰੀਆਂ ਗੱਲਾਂ ਹੋਰ ਵੀ ਨੇ ਸਾਬਤ ਹੋਈਆਂ। ਤੇ ਅੱਜ ਮੇਰੇ ਦੋਸਤੋ, ਭੈਣ ਭਰਾਓ, ਸਾਨੂੰ ਇਸ ਜੰਜਾਲ ਚੋਂ ਨਿਕਲਣ ਦੀ ਲੋੜ ਆ। ਸਾਨੂੰ ਇਹ ਮੰਨ ਲੈਣ ਦੀ ਲੋੜ ਆ ਕਿ ਉਸ ਵੇਲੇ ਰੱਬ ਉਹਨਾਂ ਲਈ ਸਹੀ ਸੀ। ਅੱਜ ਰੱਬ ਨੂੰ ਮੰਨਣਾ ਸਾਡੇ ਲਈ ਉਨਾ ਹੀ ਗਲਤ ਆ ਜਿੰਨਾ ਅਸੀਂ ਇਹ ਮੰਨੀ ਜਾਈਏ ਕਿ ਸੂਰਜ ਧਰਤੀ ਦੇ ਦੁਆਲੇ ਦੁਆਲੇ ਗੇੜੇ ਦਿੰਦਾ ਹੈ ਤੇ ਰੱਥ 'ਚ ਬਹਿ ਕੇ ਗੇੜੇ ਦਿੰਦਾ ਹੈ। ਧੰਨਵਾਦ। ਫਿਰ ਹਾਜ਼ਰ ਹੋਊਂਗਾ। ਆਪਣੇ ਕਮੈਂਟਸ ਜਿਹੜੇ ਆ ਜ਼ਰੂਰ ਦਿਓ। ਤੁਹਾਡੇ ਟਿੱਪਣੀਆਂ ਦੀ, ਤੁਹਾਡੇ ਵਿਚਾਰਾਂ ਦੀ ਉਡੀਕ ਵਿੱਚ। ਸਰਬਜੀਤ ਦੁਖਲਾ। ਧੰਨਵਾਦ।